तेग बहादुर सिमरिए करना नित आवे ताए। तेग बहादुर सिमरिए करना नित आवे ताए। सतनाम धन वाहिगुरु जी। हे प्राण नाथ गोबिंदे कृपा निधान जगद गुरु। हे संसार ताप हरने करुणा मैं सब दुख हरो। हे शरण जोग दयाले दीनानाथ मया करो। शरीर स्वस्थ खीन समय सिमरंत नानक राम दमोदर माधवे। श्री हर कृष्ण ध्याइयै जिस डिठै सब दुख जाए। तेग बहादुर सिमरियै कर नौ निध आवे ताए। तेग बहादुर सिमरियै कर नौ निध आवे ताए। सब थाई होए सहाय। परम सन्मानयोग जुगो जुगा टल तख्त चौर छत्र दे मालिक सतगुरु श्री गुरु ग्रंथ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠ ਕੇ ਅਤੇ ਦੇਸ਼ ਵਿਦੇਸ਼ ਦੇ ਅੰਦਰ ਟੀਵੀ ਦੇ ਮਾਧਿਅਮ ਰਾਹੀਂ ਆਪ ਸੰਗਤ ਘਰਾਂ ਵਿੱਚ ਬੈਠ ਕੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ 400 ਸਾਲਾ ਪ੍ਰਕਾਸ਼ ਆਗਮਨ ਗੁਰਪੁਰਬ ਨੂੰ ਸਮਰਪਿਤ ਹੋ ਕੇ सतगुरु महाराज जी की जीवन कथा रोज़ाना ही आप जी सरवण कर रहे हो। अज दे दीवान की प्रारंभता तो पहलों आओ सतगुरु महाराज जी के चरणों में हाज़री लवाना करिए। मन बिरतियाँ एकाग्र करो अदब प्यार सत्कार सहित सतगुरु महाराज जी की बख्शिश फतेह प्रवान करो जी। वाहिगुरु जी का खालसा वाहिगुरु जी की फतेह। पिछले दीवान दे विच आप जी ने सरवण किया सी कि जिस वेले सतगुरु महाराज पातशाह जी आनंदपुर साहिब विखे पहुँचते ने तो बहुत सारी संगत जिहड़ी सी वो दर्शन वास्ते आई। लाहौर तो संगत आउंदी है, काबल की धरती तो संगत आई, माझे की धरती तो, अमृतसर तो, मालवे की धरती तो संगत जिहड़ी सी सतगुरु महाराज जी के दर्शन करने वास्ते वो पहुँचती है। जिथे सतगुरु महाराज जी के दर्शन करने वास्ते बहुत संगत आउंदी है, उत्थे कुछ ऐसे गुरमुख प्यार वाले ने जिन्हां नूं असीं बाणी दे विच जिवें सतगुरु महाराज उपदेश करते हैं कि से जंत पए हरियावले जिनी मेरा सतगुर देखिया जाए। वो जिहड़े जंत सी जिन्हां दे मन जिहड़े सी वो हमेशा दे वास्ते हरे हो गए और इन्ना क उन्हां दे मन दे विच हरियावल आई कि आप तां वो ठंडे ने, आप तां उन्हां ने हरियाली नूं मन ना कीता। नाल ही जिन्हां ने
ਉਹਨਾਂ ਗੁਰਮੁਖ ਪਿਆਰਿਆਂ ਦੀ ਸੰਗਤ ਕੀਤੀ, ਉਹਨਾਂ ਨੂੰ ਵੀ ਸਤਿਗੁਰ ਮਹਾਰਾਜ ਜੀ ਦੀ ਉਹ ਬਾਣੀ ਦੀ ਛੋਹ ਪ੍ਰਾਪਤ ਹੋਈ। ਉਹਨਾਂ ਦਾ ਜੀਵਨ ਵੀ ਉਹਨਾਂ ਗੁਰਮੁਖ ਪਿਆਰਿਆਂ ਨੇ ਬਦਲ ਦਿੱਤਾ। ਉਹਨਾਂ ਦੇ ਵਿੱਚੋਂ ਜੇਕਰ ਅਸੀਂ ਜ਼ਿਕਰ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਜ਼ਿਕਰ ਹੁੰਦਾ ਹੈ ਕਿ ਸਤਿਗੁਰ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਜਿਸ ਵੇਲੇ ਸੰਗਤ ਪਹੁੰਚਦੀ ਹੈ ਤੇ ਭਾਈ ਕਨ੍ਹਈਆ ਜੀ ਦਾ ਅਸੀਂ ਜ਼ਿਕਰ ਵਿਸ਼ੇਸ਼ ਤੌਰ 'ਤੇ ਕਰਾਂਗੇ। ਭਾਈ ਕਨ੍ਹਈਆ ਜੀ ਜਿਹੜੇ ਸਨ, ਇਤਿਹਾਸਕਾਰ ਕਹਿੰਦੇ ਆ ਕਿ ਭਾਈ ਕਨ੍ਹਈਆ ਜੀ ਇਹ ਲਾਹੌਰ ਦੇ ਸੋਧਰੇ ਦੇ ਇਲਾਕੇ ਦੇ ਰਹਿਣ ਵਾਲੇ ਸਨ। ਇਹਨਾਂ ਦਾ ਜਨਮ ਜਿਹੜਾ ਹੈ ਉਹ ਸਨ 1647 ਨੂੰ ਹੋਇਆ। ਭਾਈ ਕਨ੍ਹਈਆ ਜੀ ਜਿਹੜੇ ਸਨ, ਇਹਨਾਂ ਦੇ ਪਿਤਾ ਵਪਾਰ ਦਾ ਕੰਮ ਕਰਦੇ ਸੀ ਤੇ ਖਾਸ ਕਰਕੇ ਵਿਸ਼ੇਸ਼ ਤੌਰ 'ਤੇ ਉਹਨਾਂ ਦਾ ਵਪਾਰ ਜਿਹੜਾ ਸੀ ਉਹ ਫੌਜ ਨੂੰ, ਮੁਗਲ ਜਿਹੜੀ ਫੌਜ ਸੀ ਉਹਨਾਂ ਨੂੰ ਰਸਦ ਭੇਜਣ ਦਾ ਕੰਮ ਕਰਿਆ ਕਰਦੇ ਸੀ। ਭਾਈ ਕਨ੍ਹਈਆ ਜੀ ਨੇ ਬਚਪਨ ਦੇ ਵਿੱਚ ਉਹਨਾਂ ਨੇ ਕੁਝ ਕੌਡੀਆਂ, ਕੁਝ ਪੈਸੇ ਆਪਣੀਆਂ ਜੇਬਾਂ ਵਿੱਚ ਪਾ ਲੈਣੇ ਤੇ ਜਿੱਥੇ ਕੁਝ ਗਰੀਬ ਦੇਖਣੇ, ਜਿਨ੍ਹਾਂ ਦਾ ਜੀਵਨ ਬਹੁਤ ਅਤ ਗਰੀਬੀ ਦੇ ਵਿੱਚ ਬਤੀਤ ਹੁੰਦਾ ਸੀ, ਉਹਨਾਂ ਲੋਕਾਂ ਦੇ ਕੋਲ ਜਾ ਕਰਕੇ ਤੇ ਉਹ ਪੈਸੇ, ਉਹ ਕੌਡੀਆਂ ਉਹਨਾਂ ਨੂੰ ਦੇ ਆਉਣੀਆਂ। ਇੱਥੋਂ ਤੱਕ ਕਿ ਜਦੋਂ ਜਵਾਨੀ ਦੀ ਅਵਸਥਾ ਦੇ ਵਿੱਚ ਭਾਈ ਕਨ੍ਹਈਆ ਜੀ ਪਹੁੰਚਦੇ ਨੇ ਤੇ ਇਹਨਾਂ ਨੇ ਜਿਹੜਾ ਰਸਤਾ ਹੋਣਾ, ਜਿਹੜੇ ਵਿਸ਼ੇਸ਼ ਤੌਰ 'ਤੇ ਹੋਰ ਨਗਰਾਂ ਨੂੰ ਰਸਤੇ ਜਾਣੇ, ਆਪਣੇ ਨਗਰ ਤੋਂ ਬਾਹਰ ਜਾ ਕੇ ਉਹਨਾਂ ਰਸਤਿਆਂ ਦੇ ਉੱਤੇ ਖੜੇ ਹੋ ਜਾਣਾ। ਜਦੋਂ ਕੋਈ ਸਮਾਨ ਚੁੱਕ ਕੇ ਲੈ ਕੇ ਜਾਂਦਾ ਸੀ ਤੇ ਰਸਤੇ ਵਿੱਚ ਬੇਗਾਰੀ ਬਣ ਕਰਕੇ, ਬੇਗਾਰੀ ਕਹਿੰਦੇ ਨੇ ਕਿ ਕਿਸੇ ਦੂਸਰੇ ਦਾ ਭਾਰ ਚੁੱਕਣ ਵਾਲੇ, ਬੇਗਾਰੀ ਬਣ ਕਰਕੇ ਜਿਹੜੇ ਦੂਸਰੇ ਪਾਂਦੀ ਹੋਣਾ, ਜਿਨ੍ਹਾਂ ਨੇ ਸਮਾਨ ਸਿਰ ਦੇ ਉੱਪਰ ਚੁੱਕਿਆ ਹੋਣਾ ਤੇ ਉਹਨਾਂ ਦੇ ਸਮਾਨ ਨੂੰ ਆਪਣੇ ਸਿਰ ਦੇ ਉੱਤੇ ਚੁੱਕ ਲੈਣਾ ਤੇ ਕਾਫੀ ਦੂਰ ਤੱਕ, ਕੁਝ ਮੀਲ ਤੱਕ ਉਹਨਾਂ ਦਾ ਪੈਂਡਾ ਵਡਾ ਕਰਕੇ ਤੇ ਫਿਰ ਵਾਪਸ ਆ ਜਾਣਾ। ਇਹ ਜਿਹੜੀਆਂ ਖਬਰਾਂ ਸੀ ਜਦੋਂ ਘਰੇ ਪਹੁੰਚਣੀਆਂ ਤੇ ਘਰ ਦੇ ਮਾਤਾ ਪਿਤਾ ਜਿਹੜੇ ਸਨ ਉਹਨਾਂ ਨੇ ਨਾਰਾਜ਼ ਹੋਣਾ ਕਿ ਘਰ ਦੇ ਵਿੱਚ ਸਾਰਾ ਕੁਛ ਹੈ, ਸਾਡੇ ਘਰ ਦੇ ਵਿੱਚ ਤਾਂ ਨੌਕਰਾਂ ਚਾਕਰਾਂ ਦੀ ਕੋਈ ਵੀ ਕਮੀ ਨਹੀਂ, ਫਿਰ ਤੁਸੀਂ ਬਿਗਾਰੀ ਬਣ ਕਰਕੇ ਇਵੇਂ ਦੇ ਕੰਮ ਕਿਉਂ ਕਰਦੇ ਹੋ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਉਹਨਾਂ ਨੇ ਅੱਗੇ ਜਾ ਕੇ ਮੰਨਣੀ ਸੀ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਰਨ ਵਿੱਚ ਅਜੇ ਆਉਣਾ ਸੀ। ਪਰ ਮਨ ਜਿਹੜਾ ਸੀ, ਉਸ ਮਨ ਦੇ ਅੰਦਰ ਇੱਕ ਖਿੱਚ ਸੀ ਕਿ ਅੰਦਰ ਜਿਹੜੀ ਕਮੀ ਮਹਿਸੂਸ ਹੁੰਦੀ ਸੀ ਉਹ ਸੀ ਕਿ ਪਰਮਾਤਮਾ ਦੇ ਨਾਲ ਮਿਲਾਪ ਹੋ ਜਾਏ ਤੇ ਉਸ ਦੇ ਵਾਸਤੇ ਉਹਨਾਂ ਨੇ ਜਗਤ ਦੇ ਵਿੱਚ ਪਰਉਪਕਾਰ ਦੇ ਕਰਮ ਕਰਨੇ ਸ਼ੁਰੂ ਕੀਤੇ ਹੋਏ ਸਨ। ਬਚਪਨ ਦੇ ਵਿੱਚ ਪੈਸੇ ਲੋਕਾਂ ਨੂੰ, ਕੌਡੀਆਂ ਧੇਲੇ ਪੈਸੇ ਵੰਡ ਆਉਣੇ, ਫਿਰ ਬਿਗਾਰੀ ਬਣ ਜਾਣਾ। ਮਾਤਾ ਪਿਤਾ ਨੇ ਜਦੋਂ ਕਹਿਣਾ ਕਿ ਤੁਸੀਂ ਇਸ ਤਰ੍ਹਾਂ ਦੇ ਕੰਮ ਕਿਉਂ ਕਰਦੇ ਹੋ ਤੇ ਕਹਿਣ ਲੱਗੇ ਕਿ ਦੇਖੋ ਮਾਂ ਪਿਤਾ ਜੀ, ਘਰ ਦੇ ਵਿੱਚ ਕਈ ਵਾਰੀ ਨਾ ਬੋਲੇ ਜਿਹੜੇ ਨੇ ਉਹ ਵੀ ਬੱਚੇ ਹੁੰਦੇ ਨੇ ਜਿਨ੍ਹਾਂ ਨੂੰ ਕੋਈ ਬਹੁਤੀ ਸਮਝ ਨਹੀਂ ਹੁੰਦੀ ਤੇ ਮਾਤਾ ਪਿਤਾ ਜਿਹੜੇ ਨੇ ਉਹ ਬੋਲੇ ਜਿਹੜੇ ਬੱਚੇ ਹੁੰਦੇ ਨੇ, ਬਾਬਰੇ ਬੱਚੇ ਹੁੰਦੇ ਨੇ, ਉਹਨਾਂ ਨੂੰ ਬਹੁਤਾ ਝਿੜਕਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਇਹਨਾਂ ਦੇ ਕਰਮ ਹੀ ਇਵੇਂ ਦੇ, ਇਹਨੇ ਆਖੇ ਨਹੀਂ ਲੱਗਣਾ ਜਾਂ ਇਹਨੇ ਆਪਣੇ ਮਨ ਦੀ ਕਰਨੀ ਹੈ। ਕਹਿੰਦੇ ਮਾਂ ਤੁਸੀਂ ਇਸ ਤਰ੍ਹਾਂ ਸਮਝ ਲਓ ਕਿ ਮੈਂ ਤੁਹਾਡੇ ਘਰ ਦੇ ਵਿੱਚ ਬੌਰਾ ਬੱਚਾ ਪੈਦਾ ਹੋਇਆ ਹਾਂ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਹੋਣ ਲੱਗੀ। ਭਾਈ ਕਨ੍ਹਈਆ ਜੀ ਜਿਹੜੇ ਸਨ ਉਹ ਕੁਝ ਸਮੇਂ ਵਾਸਤੇ ਫਿਰ ਲਾਹੌਰ ਜਾਂਦੇ ਨੇ ਤੇ ਲਾਹੌਰ ਜਾ ਕੇ ਕੁਝ ਦਰਵੇਸ਼ ਪਿਆਰਿਆਂ ਦੀ ਸੰਗਤ ਵਿੱਚ ਗਏ। ਪਰ ਪਿੱਛੋਂ ਛੇਤੀ ਹੀ ਇਹ ਖਬਰ ਪਹੁੰਚ ਗਈ ਕਿ ਉਹਨਾਂ ਦੇ ਪਿਤਾ ਜਿਹੜੇ ਸਨ ਉਹ ਚੜ੍ਹਾਈ ਕਰ ਗਏ। ਉਹਨਾਂ ਦੇ ਪਿਤਾ ਦਾ ਅਕਾਲ ਚਲਾਣਾ ਹੋਇਆ ਤੇ ਘਰ ਦੇ ਵਿੱਚ ਵੱਡੇ ਹੋਣ ਕਰਕੇ ਜਿਹੜਾ ਕਾਰੋਬਾਰ ਦਾ ਬੋਝ ਸੀ ਉਹ ਸਾਰਾ ਭਾਈ ਕਨ੍ਹਈਆ ਜੀ ਦੇ ਮੋਢਿਆਂ ਦੇ ਉੱਤੇ ਆ ਗਿਆ। ਭਾਈ ਕਨ੍ਹਈਆ ਜੀ ਵਾਪਸ ਆ ਕੇ ਉਹਨਾਂ ਨੇ ਪਿਤਾ ਦਾ ਜਿਹੜਾ ਪਿਤਾ ਪੁਰਖੀ ਕਾਰੋਬਾਰ ਸੀ ਉਹਨੂੰ ਸੰਭਾਲਣਾ ਵੀ ਕੀਤਾ ਹੈ। ਪਿਤਾ ਪੁਰਖੀ ਕਾਰੋਬਾਰ ਨੂੰ ਸੰਭਾਲਦਿਆਂ ਹੋਇਆਂ ਪਰ ਮਨ ਜਿਹੜਾ ਸੀ, ਮਨ ਦੇ ਵਿੱਚ ਇੱਕ ਵੱਖਰੀ ਜੀ ਖਿੱਚ ਜਿਹੜੀ ਹੈ ਉਹ ਬਣੀ ਪਈ ਹੈ। ਉਹ ਖਿੱਚ ਸੀ ਕਿ ਪਰਮਾਤਮਾ ਦੇ ਨਾਲ ਮਿਲਾਪ ਕਿਵੇਂ ਹੋ ਜਾਏ, ਕੋਈ ਨਾ ਕੋਈ ਹੀਲਾ ਵਸੀਲਾ ਬਣੇ ਜਿਹਦੇ ਕਰਕੇ ਪਰਮਾਤਮਾ ਜਾਂ ਪਰਮਾਤਮਾ ਦੇ ਪਿਆਰੇ ਜਿਹੜੇ ਨੇ ਉਹਨਾਂ ਦੇ ਨਾਲ ਮਿਲਾਪ ਹੋਵੇ। ਇਹ ਆਪਣੇ ਨਗਰ ਦੇ ਵਿੱਚ ਰਹਿੰਦਿਆਂ ਹੋਇਆਂ ਇਹਨਾਂ ਨੇ ਇੱਕ ਗੁਰਮੁਖ ਪਿਆਰੇ ਹੋਏ ਨੇ ਜਿਨ੍ਹਾਂ ਦਾ ਨਾਂ ਭਾਈ ਨਨੂਆ ਕਰਕੇ ਇਤਿਹਾਸ ਨੇ ਲਿਖਿਆ। ਭਾਈ ਨਨੂਆ ਦੇ ਮੁਖਾਰ ਬਿੰਦ ਤੋਂ ਇਹਨਾਂ ਨੇ ਬਾਣੀ ਸਰਵਣ ਕੀਤੀ।
ਬਾਣੀ ਦੇ ਵਿੱਚ ਸ਼ਬਦ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸਰਵਣ ਕੀਤਾ ਸੀ ਕਿ ਕੋਈ ਜਨ ਹਰਸਿਉ ਦੇਵੇ ਜੋਰ, ਚਰਨ ਗਹੋਂ ਬਕੋ ਸੁਭ ਰਸਨਾ, ਦੀਜੇ ਪ੍ਰਾਨ ਅਕੋਰ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਦੇਖੋ ਕਿੰਨੀ ਪਿਆਰੀ ਬਖਸ਼ਿਸ਼ ਕੀਤੀ। ਮਹਾਰਾਜ ਕਹਿੰਦੇ ਨੇ ਜਨ ਹੋਣਾ ਚਾਹੀਦਾ ਹੈ, ਇਸ ਦੇ ਨਾਲ ਕੋਈ ਵੀ ਫਰਕ ਨਹੀਂ ਪੈਂਦਾ ਕਿ ਉਹਦੀ ਜਾਤ ਕੀ ਹੈ, ਉਹਦੀ ਕੁੱਲ ਕੀ ਹੈ, ਉਹਦੀ ਬਰਾਦਰੀ ਕੀ ਹੈ, ਉਹਦਾ ਜੀਵਨ ਕਿਵੇਂ ਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਕੋਈ ਜਨ ਹਰਸਿਉ ਦੇਵੇ ਜੋਰ, ਜੁੜਿਆ ਹੋਇਆ ਹੀ ਜੋੜ ਸਕਦਾ ਹੈ। ਜਿਹੜਾ ਆਪ ਅਜੇ ਤੱਕ ਨਹੀਂ ਜੁੜਿਆ ਉਹ ਕਿਸੇ ਦੂਸਰੇ ਨੂੰ ਜੋੜ ਨਹੀਂ ਸਕਦਾ। ਟੁੱਟਿਆ ਹੋਇਆ ਹਿਰਦਾ ਜਿਹੜਾ ਹੈ ਉਹ ਤੋੜਨ ਦਾ ਯਤਨ ਕਰਦਾ ਹੈ, ਅਤੇ ਜੁੜਿਆ ਹੋਇਆ ਜਿਹੜਾ ਹੈ ਉਹ ਹਮੇਸ਼ਾ ਜੋੜਨ ਦਾ ਯਤਨ ਕਰੇਗਾ। ਸਤਿਗੁਰ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਬਾਣੀ ਭਾਈ ਨਨੂਆਂ ਤੋਂ ਸਰਵਣ ਕਰਦੇ ਆ। ਭਾਈ ਨਨੂਆਂ ਤੋਂ ਸ਼ਬਦ ਸੁਣਿਆ ਜਿਸ ਵੇਲੇ ਕਿ ਕੋਈ ਜਨ ਹਰਸਿਉ ਦੇਵੇ ਜੋਰ। ਫਿਰ ਇਹ ਸ਼ਬਦ ਦੀਆਂ ਇਹ ਆਰੰਭਲੀਆਂ ਪੰਕਤੀਆਂ ਜਿਹੜੀਆਂ ਸੀ ਭਾਈ ਕਨ੍ਹਈਆ ਜੀ ਦੇ ਮੁਖ ਦੇ ਉੱਤੇ ਸਦਾ ਵਾਸਤੇ ਹੀ ਵਸ ਗਈਆਂ। ਭਾਈ ਕਨ੍ਹਈਆ ਜੀ ਨੇ ਉੱਠਦਿਆਂ ਬੈਠਦਿਆਂ ਹਰ ਵੇਲੇ ਇਹੀ ਪੰਕਤੀਆਂ ਪੜ੍ਹਦੇ ਰਹਿਣਾ ਕਿ ਕੋਈ ਜਨ ਹਰਸਿਉ ਦੇਵੇ ਜੋਰ, ਕੋਈ ਜਨ ਹਰਸਿਉ ਦੇਵੇ ਜੋਰ, ਕੋਈ ਜਨ ਹਰਸਿਉ ਦੇਵੇ ਜੋਰ। ਇਹ ਪੰਕਤੀਆਂ ਉਹਨਾਂ ਦੇ ਹਿਰਦੇ ਵਿੱਚ ਵਸ ਚੁੱਕੀਆਂ ਸੀ। ਫਿਰ ਇੱਕ ਗੁਰਮੁਖ ਪਿਆਰੇ ਨੂੰ ਪੁੱਛਿਆ ਕਿ ਦੱਸੋ ਅਸਲ ਦੇ ਵਿੱਚ ਪਰਮਾਤਮਾ ਦੇ ਨਾਲ ਮਿਲਾਪ ਕਿਵੇਂ ਹੋਵੇ, ਫਕੀਰ ਅੱਜ ਅਸਲ ਦੇ ਵਿੱਚ ਕਿਹੜਾ ਹੈ। ਉਸ ਗੁਰਸਿੱਖ ਨੇ ਕਿਹਾ ਕਿ ਜਿੰਦਾ ਜੀਵਨ ਵਿਕਾਰਾਂ ਤੋਂ ਰਹਿਤ ਹੋ ਜਾਂਦਾ ਹੈ, ਜਿੰਦਾ ਜੀਵਨ ਕਾਮ ਕ੍ਰੋਧ ਦੀ ਪਕੜ ਦੇ ਵਿੱਚੋਂ ਨਿਕਲ ਜਾਂਦਾ ਹੈ, ਉਹ ਫਕੀਰ ਹੈ, ਅਸਲੀ ਫਕੀਰ ਹੈ। ਅਤੇ ਜੇ ਤੁਸੀਂ ਸੱਚੀ ਮੁੱਚੀ ਕਿਸੇ ਫਕੀਰ ਦੇ ਦਰਸ਼ਨ ਕਰਨੇ ਨੇ ਤਾਂ ਫਿਰ ਇੱਕ ਕੰਮ ਕਰੋ ਕਿ ਆਨੰਦਪੁਰ ਸਾਹਿਬ ਚਲੇ ਜਾਓ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰੋ, ਤੁਹਾਨੂੰ ਤੁਹਾਡੇ ਸਵਾਲਾਂ ਦਾ ਜਵਾਬ ਉੱਥੋਂ ਪ੍ਰਾਪਤ ਹੋ ਜਾਵੇਗਾ। ਭਾਈ ਕਨ੍ਹਈਆ ਸਾਹਿਬ ਜੀ ਫਿਰ ਲਾਹੌਰ ਦੀ ਸੰਗਤ ਦੇ ਨਾਲ ਆਨੰਦਪੁਰ ਸਾਹਿਬ ਦਰਸ਼ਨਾਂ ਵਾਸਤੇ ਆਏ। ਇਤਿਹਾਸਕਾਰ ਲਿਖਦੇ ਨੇ ਕਿ ਸਤਿਗੁਰੂ ਮਹਾਰਾਜ ਜੀ ਦੀ ਜਿਹੜੀ ਬਖਸ਼ਿਸ਼ ਮਿਲੀ ਹੈ, ਸ਼੍ਰੀ ਗੁਰੂ ਤੇਗ ਬਹਾਦਰ ਕੀ ਬਖਸ਼ਿਸ਼ ਬੀਜ ਭਇਓ, ਸ਼੍ਰੀ ਦਸ਼ਮੇਸ਼ ਕਿਰਪਾ ਜਲ ਪਹਿਚਾਨੀ ਹੈ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਤੋਂ ਬਖਸ਼ਿਸ਼ ਲੈ ਕਰਕੇ ਤੇ ਕਿਰਪਾ ਦਾ ਜਲ ਜਿਹੜਾ ਹੈ ਉਹ ਦਸ਼ਮੇਸ਼ ਪਿਤਾ ਤੋਂ ਪ੍ਰਾਪਤ ਕੀਤਾ, ਜਿਹਦੇ ਕਰਕੇ ਭਾਈ ਕਨ੍ਹਈਆ ਸਾਹਿਬ ਜੀ ਦਾ ਜੀਵਨ ਇਵੇਂ ਦਾ ਹੋ ਗਿਆ ਕਿ ਉਹ ਸਾਹਮਣੇ ਦੁਸ਼ਮਣ ਨੂੰ ਵੀ ਦੇਖਦੇ ਨੇ ਅਤੇ ਉਹਨੂੰ ਵੀ ਪਾਣੀ ਪਿਲਾ ਦਿੰਦੇ ਨੇ, ਕਿਉਂਕਿ ਉਹਨਾਂ ਦੇ ਮਨ ਦੇ ਵਿੱਚੋਂ ਹੁਣ ਇਹ ਜਿਹੜੀ ਦੁਸ਼ਮਣੀ ਵਾਲੀ ਭਾਵਨਾ ਕਿ ਇਹ ਦੁਸ਼ਮਣ ਹੈ ਅਤੇ ਇਹ ਮਿੱਤਰ ਹੈ ਉਹ ਖਤਮ ਹੋ ਚੁੱਕੀ ਹੈ। ਸਤਿਗੁਰੂ ਮਹਾਰਾਜ ਪਾਵਨ ਬਾਣੀ ਦੇ ਵਿੱਚ ਕਿਰਪਾ ਕੀਤੀ ਕਿ ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ ਤੋਂ ਮੇਲ ਕੀਓ ਮੇਰੇ ਰਾਜਨ। ਜਿਸ ਵੇਲੇ ਮਨ ਜਿਹੜਾ ਹੈ ਉਹ ਅਦੁੱਤੀ ਪਰਮਾਤਮਾ ਦੇ ਨਾਲ ਜੁੜ ਜਾਂਦਾ ਹੈ, ਉਸ ਪਰਮ ਹਸਤੀ ਦੇ ਨਾਲ ਜੁੜ ਜਾਂਦਾ ਹੈ, ਅਤੇ ਫਿਰ ਇਹ ਮਹਿਸੂਸ ਹੋ ਜਾਂਦਾ ਹੈ ਕਿ ਅਸੀਂ ਇੱਕੋ ਹੀ ਪਰਮਾਤਮਾ ਦੀ ਔਲਾਦ ਹਾਂ, ਸਾਡਾ ਕੋਈ ਵੱਖਰਾ ਪੰਥ ਨਹੀਂ। ਅਸੀਂ ਭਾਈ ਕਨ੍ਹਈਆ ਸਾਹਿਬ ਜੀ ਅਕਸਰ ਕਿਹਾ ਕਰਦੇ ਸੀ ਕਿ ਸਾਡਾ ਏਕਤਾ ਦਾ ਪੰਥ ਹੈ। ਏਕਤਾ ਤੋਂ ਭਾਵ ਇਹ ਸੀ ਕਿ ਹਰ ਥਾਂ 'ਤੇ ਹਰ ਜਗ੍ਹਾ ਦੇ ਉੱਤੇ ਉਸ ਇੱਕ ਦਾ ਵਾਸਾ ਹੈ, ਉਹਦੇ ਤੋਂ ਬਗੈਰ ਦੂਸਰੀ ਸ਼ੈ ਹੀ ਹੋਰ ਕੋਈ ਨਹੀਂ। ਭਾਈ ਕਨ੍ਹਈਆ ਸਾਹਿਬ ਜੀ ਜਿਸ ਵੇਲੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਆ ਕਰਕੇ ਦਰਸ਼ਨ ਕੀਤੇ, ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਭਾਈ ਕਨ੍ਹਈਆ ਜੀ ਨੂੰ ਜਲ ਲਿਆਉਣ ਵਾਸਤੇ ਕਿਹਾ। ਭਾਈ ਕਨ੍ਹਈਆ ਜੀ ਜਲ ਦੀ ਗਾਗਰ ਭਰ ਕੇ ਘੜਾ ਭਰ ਕੇ ਲੈ ਕੇ ਆਉਣਾ ਕੀਤਾ। ਸਤਿਗੁਰੂ ਮਹਾਰਾਜ ਜੀ ਨੇ ਉਸ ਜਲ ਦੇ ਵਿੱਚੋਂ ਕੁਝ ਜਲ ਜਿਹੜਾ ਸੀ ਉਹਦੇ ਨਾਲ ਆਪਣੇ ਹੱਥ ਮਹਾਰਾਜ ਧੋਂਦੇ ਨੇ ਅਤੇ ਬਾਕੀ ਜਲ ਸਤਿਗੁਰੂ ਮਹਾਰਾਜ ਜੀ ਨੇ ਪਾਸੇ ਰੋੜ ਦਿੱਤਾ। ਗੁਰੂ ਤੇਗ ਬਹਾਦਰ ਮਹਾਰਾਜ ਨੇ ਫਿਰ ਘੜਾ ਫੜਾ ਕੇ ਕਿਹਾ ਕਿ ਜਲ ਹੋਰ ਲੈ ਕੇ ਆਓ। ਭਾਈ ਕਨ੍ਹਈਆ ਸਾਹਿਬ ਫਿਰ ਜਲ ਲੈਣ ਵਾਸਤੇ ਗਏ, ਜਲ ਲੈ ਕਰਕੇ ਆਏ ਅਤੇ ਇਸ ਵਾਰ ਸਤਿਗੁਰੂ ਮਹਾਰਾਜ ਜੀ ਨੇ ਆਪਣੇ ਚਰਨ ਜਿਹੜੇ ਸੀ ਉਸ ਜਲ ਨਾਲ ਧੋਤੇ, ਕੁਝ ਜਲ ਵਰਤਿਆ ਅਤੇ ਬਾਕੀ ਜਲ ਮਹਾਰਾਜ ਨੇ ਡੋਲ ਦਿੱਤਾ। ਫਿਰ ਘੜਾ ਫੜਾ ਦਿੱਤਾ, ਕਹਿਣ ਲੱਗੇ ਹੋਰ ਜਲ ਲੈ ਕੇ ਆਓ। ਹੋਰ ਜਲ ਲੈ ਕੇ ਆਂਦਾ, ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਉਸ ਜਲ ਦੇ ਵਿੱਚੋਂ ਥੋੜ੍ਹਾ ਜਿਹਾ ਜਲ ਵਰਤਿਆ, ਆਪਣੇ ਚਿਹਰੇ ਆਪਣੇ ਨੇਤਰਾਂ ਦੇ ਉੱਪਰ ਪਾਇਆ, ਕੁਝ ਥੋੜ੍ਹਾ ਜਲ ਉਹਦੇ ਵਿੱਚ ਛਕਣਾ ਕੀਤਾ। ਮਹਾਰਾਜ ਨੇ ਬਾਕੀ ਸਾਰਾ ਜਲ ਫਿਰ ਰੋੜ ਦਿੱਤਾ। ਮਹਾਰਾਜ ਬਾਰ-ਬਾਰ ਜਲ ਮੰਗਾ ਲੈਣਾ, ਥੋੜ੍ਹਾ ਵਰਤ ਲੈਣਾ ਅਤੇ ਬਹੁਤਾ ਡੋਲ ਦੇਣਾ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਨਾਲੇ ਦੇਖਣਾ ਭਾਈ ਕਨ੍ਹਈਆ ਸਾਹਿਬ ਜੀ ਦੇ ਚਿਹਰੇ ਦੇ ਵੱਲੇ ਦੇਖਣਾ ਕਿ ਕਿਉਂਕਿ ਜਲ ਜਿਹੜਾ ਸੀ ਬਹੁਤ ਦੂਰੋਂ ਭਰ ਕੇ ਲਿਆਂਦਾ ਜਾਣਾ,
बड़ी मेहनत नाल चुक के लैके आउणा ते उहदे विचों थोड़ा वरत के ते बाकी डोल दो, ते आम संसारी बंदा कहेगा कि ये की हुंदा पिया है। सतगुरु महाराज पातशाह जी ने बिल्कुल इसे तरह 3 महीने लगातार सतगुरु महाराज भाई कन्हैया जी की कसवट्टी के उत्ते लाउंदे रहे। 3 महीने इसे तरह ही चलिया। भाई कन्हैया साहब जी ने जल लैके आना तो सतगुरु महाराज ने थोड़ा वरत लैना तो बाकी का जल डोल देना। 3 महीनों बाद सतगुरु सच्चे पातशाह महाराज जी ने जदों जल लै करके भाई कन्हैया जी सतगुरु महाराज जी के सन्मुख आए, महाराज ने वो घड़ा पानी का जिहड़ा सी अपने कोल रख के भाई कन्हैया नूं सामने बिठा लिया ते सीस दे उपर सतगुरु महाराज जी ने हथ रखना कीता। सच्चे पातशाह महाराज जी की बख्शिश हुई। महाराज ने क्या कहन लगे कि कन्हैया तू सचमुच उस परमात्मा की होंद नूं समझ गया, तैनूं हुण हर थां ते परमात्मा दिसदा पिया है। जो परमात्मा की कृपा तैनूं प्राप्त हो गई है, सतगुरु सच्चे पातशाह महाराज कहते इस कृपा नूं अगे जाके वंडना करो। भाई कन्हैया जी हाथ जोड़ के आखदे ने, सच्चे पातशाह मैं ते तुहाडे चरनां दे विच रहन वास्ते आया, तुहाडे चरनां दे विचों मैनूं ये बख्शिश मिली है। सच्चे पातशाह महाराज मैनूं चरनां विच रखो। गुरु तेग बहादुर महाराज पातशाह जी के हुक्म दे नाल फिर भाई कन्हैया साहब जी जिहड़े सन वो अटक वाले पासे गए ने। अटक दे इलाके विच जा करके बिल्कुल उन्होंने बहुत सेवा उत्थे भी की। सतगुरु सच्चे पातशाह महाराज जी के शहादत के समय तो बाद विच भाई कन्हैया जी फिर सतगुरु महाराज गुरु गोबिंद सिंह जी की शरण दे विच रहे। ते असीं इतिहास पढ़ते हैं कि जिस वेले भाई कन्हैया जी ने जंग के मैदान दे विच जदों जंग होनी, आनंदपुर साहब के अंदर जंगां होईयां ते भाई कन्हैया जी मशक लै करके सिखां नूं जल पिआउंदे पए ने। पर जल की सेवा करदिआं जदों उत्थे जिहड़े विरोध दे विच लड़दे सी, मुगल हाकम लड़दे सी, उन्हां ने भी जे हत्थ अगे कीता ते भाई कन्हैया जी ने उन्हां नूं भी जल छकाया। भाई कन्हैया साहब जी की शिकायत सतगुरु महाराज जी के चरनां विच सिखां ने कर दित्ती। कहण लगे महाराज असीं ते लड़दे आं, असीं ते जंग करदे आं, असीं आप मरदे आं, आप जख्मी होने जां दूसरे नूं मारदे आं, दूसरे नूं जख्मी करदे आं। पर सच्चे पातशाह महाराज जंग दे विच सानूं इस गल दा कोई गम नहीं कि साडे शरीर दे उपर फट लगन जां असीं दूसरे नूं जिहड़ा है उहनूं मार मुकाईए। पर सच्चे पातशाह महाराज एक मन दे विच गिला है कि भाई कन्हैया जी जिहड़े ने वो सानूं ते जदों जल छकाउंदे ने नाल दुश्मनां नूं भी जल पिलाउणा शुरू कर दिंदे आ। गुरु गोबिंद सिंह सच्चे पातशाह महाराज ने बुला के पुछया, भाई कन्हैया साहब जी कि आप जी इसे ही तरह करते हो, तुसीं दुश्मनां नूं भी जल छकाउंदे हो। भाई कन्हैया जी हाथ जोड़ के आखदे, सच्चे पातशाह महाराज मैनूं ते कोई दुश्मन दिसदा ही नहीं। मैं जिस पासे भी देखदा है जे सिख पानी पींदे ने तो मैनूं इवें महसूस हुंदा है कि गुरु गोबिंद सिंह महाराज जल छकदे पए होवन। जे महाराज पातशाह जी जंग करदिआं ਜਿਹੜੇ ਵਿਰੋਧੀ ਨੇ ਉਹ ਜੰਗ ਦੇ ਮੈਦਾਨ ਦੇ ਵਿੱਚ ਪਏ ਹੋਏ ਜਲ ਵਾਸਤੇ ਹੱਥ ਅੱਗੇ ਕਰਦੇ ਨੇ, ਮੈਨੂੰ ਉਹਨਾਂ ਦੇ ਵਿੱਚੋਂ ਵੀ ਆਪ ਜੀ ਦਾ ਚਿਹਰਾ ਦਿਖਾਈ ਦਿੰਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਮੈਂ ਤੇ ਨਾ ਦੁਸ਼ਮਣ ਨੂੰ ਜਲ ਛਕਾਉਣਾ, ਨਾ ਮੈਂ ਮਿੱਤਰ ਨੂੰ ਜਲ ਛਕਾਉਣਾ, ਮੈਂ ਤੇ ਕੇਵਲ ਆਪ ਜੀ ਨੂੰ ਜਲ ਛਕਾਉਣਾ ਕਿ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜਲ ਛਕਦੇ ਪਏ ਨੇ, ਉਹਨਾਂ ਨੇ ਹੱਥ ਕੀਤਾ ਤੇ ਮੈਂ ਕਿਵੇਂ ਆਪਣਾ ਹੱਥ ਪਿੱਛੇ ਕਰ ਲਵਾਂ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਨੂੰ ਜਲ ਨਹੀਂ ਛਕਾਵਾਂਗਾ। सतगुरु महाराज पातशाह जी मैं जल आप जी नूं छकाउंदा पिया हुन्ना है। सच्चे पातशाह महाराज खुश होए। महाराज कहंदे ने कन्हैया जी असल दे विच तुसीं दुश्मनां नूं नहीं मारदे, तुसीं दुश्मनी नूं मारदे पए हो। हकीकत ये आ कि जिस दिन दुश्मनी अंदरों मर जाएगी तो दुश्मन अपने आप खत्म हो जाएगा। एक तो बिरती ही है ना कि अंदर दी बिरती कहती है कि फलाना मेरा विरोधी है तो लड़न वास्ते बंदा तैयार हो जाता है तो उनके नाल जाके लड़ाई करनी शुरू कर देंदा है। पर दूसरे पासे जेकर उही बिरती कल तक जिहड़ा मित्र सी जे उनकी विरोधता हो गई, उनके नाल बंदा लड़न वास्ते तैयार हो गया तो कई बारी इस तरह भी परमात्मा की कृपा वरत जाती है कि जिन्हां नाल कल तक दुश्मनी सी वो इन्ने प्यारे मित्र बन जाते हैं कि दुश्मनी की भावना ही अंदरों खत्म हो चुकी होती है।
ਭਾਈ ਕਨ੍ਹਈਆ ਸਾਹਿਬ ਜੀ ਆਖਦੇ ਨੇ, ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਮੈਂ ਕਿਸੇ ਦੁਸ਼ਮਣ ਨੂੰ ਜਲ ਨਹੀਂ ਛਕਾਉਂਦਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ। ਉਸ ਵੇਲੇ ਫਿਰ ਇੱਕ ਮਲਮ ਦੀ ਡੱਬੀ, ਇੱਕ ਪੱਟੀ ਦੇਣਾ ਕੀਤੀ। ਕਹਿਣ ਲੱਗੇ, ਕਨ੍ਹਈਆ ਜੀ ਜਿੱਥੇ ਇਹ ਸੇਵਾ ਕਮਾਉਂਦੇ ਹੋ ਉੱਥੇ ਫਿਰ ਜ਼ਖਮੀ ਹੋਏ ਸਰੀਰਾਂ ਦੇ ਉੱਪਰ ਮਲਮ ਵੀ ਲਾਉਣਾ ਕਰਿਓ। ਤੁਹਾਡੀ ਲਾਈ ਹੋਈ ਮਲਮ ਜਿਹੜੀ ਹੈ ਉਹ ਦੁਸ਼ਮਣੀ ਦੇ ਜ਼ਖਮਾਂ ਨੂੰ ਹਮੇਸ਼ਾ ਵਾਸਤੇ ਮੇਟ ਦੇਵੇਗੀ। ਤੁਹਾਡੀ ਇਹ ਮਲਮ, ਸਤਿਗੁਰੂ ਮਹਾਰਾਜ ਜੀ ਨੇ ਫਿਰ ਉਸ ਦਿਨ ਮਲਮ ਦੀ ਡੱਬੀ ਫੜਾਉਣਾ ਕੀਤੀ। ਅੱਜ ਸੰਸਾਰ ਦੇ ਵਿੱਚ ਰੈੱਡ ਕਰਾਸ ਦੀ ਗੱਲ ਕੀਤੀ ਜਾਂਦੀ ਹੈ। ਸਭ ਤੋਂ ਪਹਿਲਾਂ ਜੇਕਰ ਰੈੱਡ ਕਰਾਸ ਮਨੁੱਖਤਾ ਦੇ ਨਾਲ ਪ੍ਰੇਮ ਕਰਨ ਦੀ, ਮਨੁੱਖਤਾ ਦੀ ਸਹਾਇਤਾ ਕਰਨ ਦੀ ਜੇਕਰ ਕਿਸੇ ਨੇ ਗੱਲ ਕੀਤੀ ਹੈ ਤੇ ਉਹ ਭਾਈ ਕਨ੍ਹਈਆ ਸਾਹਿਬ ਜੀ ਨੇ, ਜਿਨ੍ਹਾਂ ਨੇ ਨਾ ਤਾਂ ਦੇਖਿਆ ਕਿ ਕੋਈ ਦੁਸ਼ਮਣ ਹੈ, ਨਾ ਦੇਖਿਆ ਕੋਈ ਮਿੱਤਰ ਹੈ। ਹਰ ਥਾਂ ਤੇ ਉਹਨਾਂ ਨੇ ਸੇਵਾ ਜਿਹੜੀ ਹੈ ਉਹ ਕਰਨਾ ਕੀਤੀ। ਅੱਜ ਵੀ ਅਸੀਂ ਉਹੀ ਅੰਸ਼ ਪਰਮਾਤਮਾ ਦੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਿਰਪਾ ਸਿੱਖਾਂ ਦੇ ਅੰਦਰ ਦੇਖਦੇ ਹਾਂ ਕਿ ਭਾਵੇਂ ਦੇਸ਼ ਹੋਵੇ, ਭਾਵੇਂ ਵਿਦੇਸ਼ ਹੋਵੇ, ਭਾਵੇਂ ਸੀਰੀਆ ਹੈ, ਭਾਵੇਂ ਇੰਡੋਨੇਸ਼ੀਆ ਹੈ, ਭਾਵੇਂ ਕੋਈ ਵੀ ਉੜੀਸਾ ਦੇ ਵਿੱਚ ਆਇਆ, ਕਈਆਂ ਥਾਵਾਂ 'ਤੇ ਭੂਚਾਲ ਆਏ, ਇੱਥੋਂ ਤੱਕ ਕਿ ਜੰਮੂ ਕਸ਼ਮੀਰ ਦੇ ਅੰਦਰ ਵੀ ਜਿਹੜੇ ਤੂਫਾਨ ਭੂਚਾਲ ਆਏ, ਹੜ੍ਹ ਆਏ, ਹਰ ਥਾਂ 'ਤੇ ਸਿੱਖਾਂ ਨੇ ਜਾ ਕਰਕੇ ਬਿਨਾਂ ਕਿਸੇ ਭੇਦ ਭਾਵ ਦੇ ਸਿੱਖਾਂ ਨੇ ਜਾ ਕਰਕੇ ਉਹਨਾਂ ਦੀ ਬਾਂਹ ਫੜਨਾ ਕੀਤੀ, ਉਹਨਾਂ ਦੀ ਸਹਾਇਤਾ ਕਰਨਾ ਕੀਤੀ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਲਾਇਆ ਹੋਇਆ ਬੂਟਾ ਸੀ, ਜਿਹਦੇ ਵਿੱਚੋਂ ਭਾਈ ਕਨ੍ਹਈਆ ਸਾਹਿਬ ਜੀ ਵਰਗੇ ਮਨੁੱਖਤਾ ਨਾਲ ਪ੍ਰੇਮ ਕਰਨ ਵਾਲੇ ਉਪਜ ਕੇ ਸਾਹਮਣੇ ਆਏ। ਸਤਿਗੁਰੂ ਮਹਾਰਾਜ ਜੀ ਨੇ ਸਿੱਖਾਂ ਦੀ ਜੀਵਨ ਦੀ ਘਾਟ ਹੀ ਇਵੇਂ ਦੀ ਘੜ ਦਿੱਤੀ ਸੀ ਕਿ ਉਹਨਾਂ ਦਾ ਜੀਵਨ ਬਣ ਚੁੱਕਿਆ ਸੀ ਕਿ ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੀ ਸਾਜਨ। ਇਵੇਂ ਦਾ ਜੀਵਨ ਬਣ ਚੁੱਕਿਆ ਸੀ ਕਿ ਹੁਣ ਦੁਸ਼ਮਣ ਕੋਈ ਦਿਖਾਈ ਨਹੀਂ ਦਿੰਦਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਦੇ ਵਿੱਚ ਜਿਹੜੇ ਸਨ ਭਾਈ ਕਨ੍ਹਈਆ ਸਾਹਿਬ ਜੀ, ਉਹ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਪਹੁੰਚੇ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਉਹਨਾਂ ਨੇ ਮਾਣੀ ਅਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਉਹਨਾਂ ਨੂੰ ਜਿਹੜਾ ਸੀ ਅਟਕ ਵਾਲੇ ਪਾਸੇ ਭੇਜਿਆ। ਬਾਅਦ ਵਿੱਚ ਉਹ 1704 ਤੱਕ, ਜਿੰਨੀ ਦੇਰ ਤੱਕ ਸਤਿਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਰਹੇ, ਉਨੀ ਦੇਰ ਤੱਕ ਉੱਥੇ ਰਹਿ ਕੇ ਸੇਵਾ ਕੀਤੀ। ਅਤੇ ਇਸ ਤੋਂ ਬਾਅਦ ਵਿੱਚ 1704 ਤੋਂ ਬਾਅਦ ਵਿੱਚ ਉਹ ਨਗਰ ਕਵੇ ਵਾਲੇ ਪਾਸੇ ਚਲੇ ਗਏ। ਕਵੇ ਦੀ ਧਰਤੀ 'ਤੇ ਉਹਨਾਂ ਨੇ ਬਾਕੀ ਦਾ ਜੀਵਨ ਜਿਹੜਾ ਸੀ ਉਹ ਬਤੀਤ ਕਰਨਾ ਕੀਤਾ। ਐਸੇ ਬਹੁਤ ਸਾਰੇ ਜੰਤ ਨੇ, ਬਹੁਤ ਸਾਰੇ ਗੁਰਸਿੱਖ ਨੇ ਜਿਨ੍ਹਾਂ ਨੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਰਹਿ ਕਰਕੇ ਸਤਿਗੁਰੂ ਮਹਾਰਾਜ ਜੀ ਦੀ ਹੁਕਮ ਨੂੰ, ਉਹਨਾਂ ਦੀ ਆਬਾ ਨੂੰ ਮਾਨਣਾ ਕੀਤਾ ਹੈ। ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ। ਐਸੇ ਗੁਰਮੁਖਾਂ ਦਾ ਜੀਵਨ ਆਪਾਂ ਅਗਲੇ ਦੀਵਾਨ ਦੇ ਵਿੱਚ ਵੀ ਜਿਹੜਾ ਹੈ ਉਹ ਸਰਵਣ ਕਰਾਂਗੇ। ਬੋਲਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਅਰਦਾਸ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਕਰੀਏ, ਸੱਚੇ ਪਾਤਸ਼ਾਹ ਆਪ ਕਿਰਪਾ ਕਰੋ, ਆਪ ਰਹਿਮਤ ਕਰੋ, ਆਪ ਬਖਸ਼ਿਸ਼ ਕਰ ਸਕਦੇ ਹੋ। ਅਤੇ ਮਹਾਰਾਜ ਆਪ ਜੀ ਦੇ ਹੱਥ ਵਿੱਚ ਹੀ ਇਹ ਤਾਕਤ ਹੈ, ਬਖਸ਼ਿਸ਼ ਹੈ। ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ, ਰਹਿਮਤ ਕਰਕੇ ਸੰਸਾਰ ਦੇ ਉੱਤੇ ਠੰਡ ਵਰਤਾਉਣਾ ਕਰੋ। ਅਰਦਾਸ ਕਰੀਏ, ਸੱਚੇ ਪਾਤਸ਼ਾਹ ਜੀ ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਭਰੇ, ਤਿੱਤੇ ਲਿਹ ਉਭਾਰ। ਬੋਲਦਿਆਂ ਹੋਈਆਂ ਭੁੱਲਾਂ ਦੀ ਖਿਮਾ। ਫਤਿਹ ਪ੍ਰਵਾਨ ਕਰੋ ਜੀ, ਅਸੀਸ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ, ਕਰਨਾਉ ਨਿਧ ਆਵੇ ਤਾਏ। ਤੇਗ ਬਹਾਦਰ ਸਿਮਰਿਐ, ਕਰਨਾਉ ਨਿਧ ਆਵੇ